ਭਾਜਪਾ ਦੇ ਕੁਝ ਲੀਡਰ ਸੀ ਜੋ ਇੱਕ ਸਮੇਂ ਤੇ ਗੋਸਾਈ ਸਾਹਿਬ ਦੇ ਅਗੇਂਸਟ ਸੀ, ਜੋ ਰੋਜ਼ ਗਾਰਡਨ ਮਿਨੀ ਰੋਜ਼ ਗਾਰਡਨ ਨੂੰ ਲੈ ਕੇ ਰਾਜਨੀਤੀ ਕਰ ਰਹੇ ਨੇ ਅਤੇ ਉਹਨਾਂ ਦੇ ਨਾਮ ਤੇ ਇਲੈਕਸ਼ਨਸ ਲੜਨ ਦੇ ਚਾਹਵਾਨ ਹੋ ਰਹੇ ਨੇ। और उन्होंने मिनी रोज़ गार्डन बनवाया, चिल्ड्रन पार्क बनवाया और नाला छत्तन का काम सारा उन्होंने ही पास कराया। अज के लीडर आके अपनी राजनीति चमकान पिछे जिथे खड़े हो जान जी मिनी रोज़न गए मैं बनवाया, जिन्होंने ABC भी नहीं पता तो अज कह रहे हैं भी असी बनवाया है। देखो जी उन्होंने पिछली बारी 2 बारी नॉर्थ चो लड़िया है, मैनू तो नहीं लगता भी सेंटर विचों लड़नगे। सतपाल गोसाई जी ने 3 बारी यह सीट जित्ती है, होर दसो भी केड़ा केड़ा इत्थों जित्तिया है। पिछली बारी जिहड़ा कैंडीडेट खड़ा होया सीगा वो आके दसो किन्नियां वोटां लै गया है, कोई सीट नहीं जित्ती किसी ने भी। साडा भी आही मकसद है, सेवा कीती है तो सेवा करांगे। ਜੇ ਆਪਾਂ ਅੱਜ ਦੀ ਭਾਜਪਾ ਦੀ ਗੱਲ ਕਰੀਏ, ਲੁਧਿਆਣਾ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਬਿਖਰੀ ਹੋਈ ਨਜ਼ਰ ਆਉਂਦੀ ਹੈ, ਇਸ ਤਰ੍ਹਾਂ ਕਿਉਂ? उस समय ਦੇ ਵਿਚਾਰਾਂ 'ਚ ਤੇ ਹੁਣ ਦੇ ਵਿਚਾਰਾਂ 'ਚ ਫਰਕ ਹੈ। ਮੈਮ ਕੀ ਕਾਰਨ ਹੈ ਜੋ ਬੀਜੇਪੀ ਦਾ ਕਾਰਿਆਕਰਤਾ ਬੀਜੇਪੀ ਨੂੰ ਛੱਡਦਾ ਜਾ ਰਿਹਾ ਹੈ? ਕੋਈ ਛੱਡ ਦੱਸੋ ਮੈਨੂੰ ਕਿਹੜਾ ਛੱਡ ਕੇ ਚਲਾ ਗਿਆ ਹੈ? ਬਹੁਤ ਸਾਰੇ ਮੰਡਲ ਪ੍ਰਧਾਨ ਗਏ ਨੇ, ਅਹੁਦੇਦਾਰ ਗਏ ਨੇ, ਸਿਮਰ ਚੰਦੋਕ ਜੀ ਛੱਡ ਕੇ ਗਏ ਨੇ, ਮਲਹੋਤਰਾ ਜੀ ਛੱਡ ਕੇ ਗਏ ਨੇ ਜੋ ਇੱਕ ਮੰਡਲ ਪ੍ਰਧਾਨ ਵੀ ਸੀ, ਉਹਨਾਂ ਨਾਲ ਟੋਟਲ 7 ਅਹੁਦੇਦਾਰ ਉਹ ਛੱਡ ਕੇ ਗਏ ਨੇ। ਰੋਮੀ ਮਲੋਤਰਾ ਜੀ ਛੱਡ ਕੇ ਗਏ ਨੇ, ਉਹਨਾਂ ਦੇ ਕੀ ਵਿਚਾਰ ਹੈ ਮੈਨੂੰ ਕਿਉਂਕਿ ਉਹਨਾਂ ਨਾਲ ਮੇਲ ਨਹੀਂ ਹੋਇਆ, ਮੈਂ ਵੀ ਸੁਣਿਆ ਹੀ ਹੈ। ਤੇ ਸਿਮਰ ਚੰਦੋਕ ਜੀ ਛੱਡ ਕੇ ਨਹੀਂ ਗਏ, ਇੱਕ ਉਹਨਾਂ ਦੀ ਵਿਚਾਰਧਾਰਾ ਥੋੜੀ ਅਲੱਗ ਹੈ, ਸਾਡੇ ਨਾਲ ਜੁੜੇ ਹੋਏ ਨੇ, ਸਾਡੀ ਅੱਜ ਵੀ ਗੱਲਬਾਤ ਹੁੰਦੀ ਹੈ ਬੱਚੇ ਨਾਲ। ਲੁਧਿਆਣਾ ਦੇ ਬੀਜੇਪੀ ਦੇ ਪ੍ਰਧਾਨ ਹਮੇਸ਼ਾ ਵਿਵਾਦਾਂ 'ਚ ਘਿਰੇ ਰਹਿੰਦੇ ਨੇ ਕਿ ਲੀਡਰਸ਼ਿਪ ਹੁਣ ਸਹੀ ਢੰਗ ਨਾਲ ਨਹੀਂ ਨਿਭਾਈ ਜਾ ਰਹੀ, ਕਿ ਜੋ ਤੁਹਾਡਾ ਆਧਾਰ ਹੈ ਉਹ ਗੋਸਾਈ ਜੀ ਤੇ ਹੈ ਜਾਂ ਤੁਹਾਡਾ ਖੁਦ ਦਾ ਵੀ ਪਾਰਟੀ ਦੇ ਵਿੱਚ ਇੱਕ ਬੇਸ ਹੈ ਜਿਸ ਦੇ ਬਦੌਲਤ ਤੁਸੀਂ ਟਿਕਟ ਦੀ ਮੰਗ ਕਰ ਰਹੇ ਹੋ? 15-16 ਸਾਲ ਦੀ ਆਪਣੇ ਵਜੂਦ ਨਾਲ ਕੰਮ ਕਰ ਰਹੀ ਹਾਂ, ਨਾ ਕਿ ਗੋਸਾਈ ਪਰਿਵਾਰ ਦੇ ਨਾਲ। ਅਗਰ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਤਾਂ ਤੁਹਾਡੇ ਪਾਰਟੀ ਦੀ ਕੁਝ ਕਾਰਿਆਕਰਤਾ ਤੁਹਾਡੇ ਤੇ ਇਲਜ਼ਾਮ ਵੀ ਲਗਾਉਣਗੇ ਕਿ ਸ਼ਾਇਦ ਗੋਸਾਈ ਜੀ ਕਰਕੇ ਇਹਨਾਂ ਨੂੰ ਟਿਕਟ ਮਿਲੀ ਹੈ। ਪਹਿਲੇ ਮੈਂ ਸਚਿਵ ਰਹੀ ਹਾਂ, 5 ਟਰਮ ਤੋਂ ਮੈਂ ਵਾਈਸ ਪ੍ਰਧਾਨ ਰਹੀ ਹਾਂ। ਮੈਂ ਨਾਰਥ ਵਿੱਚ ਵੀ ਕੰਮ ਕੀਤਾ, ਮੈਂ ਸੈਂਟਰ 'ਚ ਵੀ ਕੰਮ ਕੀਤਾ, ਮੈਂ ਈਸਟ 'ਚ ਵੀ ਕੰਮ ਕੀਤਾ, ਮੈਂ ਆਤਮ ਨਗਰ 'ਚ ਵੀ ਮੈਂ ਸਾਰੇ ਸ਼ਹਿਰ 'ਚ ਕੰਮ ਕਰ ਰਹੀ ਹਾਂ। ਟਿਕਟ ਕਿੱਥੋਂ ਲੈਣਾ ਚਾਹੁੰਦੇ ਹੋ? ਟਿਕਟ ਮੈਂ ਸੈਂਟਰ ਦੀ ਦਾਅਵੇਦਾਰ ਹਾਂ ਕਿਉਂਕਿ ਮੈਂ ਸੈਂਟਰ 'ਚ ਸ਼ੁਰੂ ਤੋਂ ਕੰਮ ਕੀਤਾ ਹੈ। ਮੈਨੂੰ ਤਾਂ ਇੰਨਾ ਪਤਾ ਹੈ ਮੈਂ ਸੀਟ ਮੰਗਦੀ ਪਈ ਹਾਂ ਔਰ ਮਹਿਲਾ ਹੋਣ ਦੇ ਨਾਤੇ ਔਰ ਭਾਰਤੀ ਜਨਤਾ ਪਾਰਟੀ ਦੀ ਸੱਚੀ ਸਿਪਾਹੀ ਹੋਣ ਦੇ ਨਾਤੇ ਇਸ ਕਰਕੇ ਸੀਟ ਮੰਗਦੀ ਪਈ ਹਾਂ। ਰਕੇਸ਼ ਪਾਂਡੇ ਜੀ ਨੇ ਆਪਣੇ ਹੀ ਘਰ ਉਹਨਾਂ ਨੂੰ ਨੌਕਰੀ ਦਵਾ ਕੇ ਕਿ ਬਾਕੀਆਂ ਨੂੰ ਜਿਹੜੀਆਂ ਨੌਕਰੀਆਂ ਕਹੀਆਂ ਸੀਗੀਆਂ ਕੋਈ ਨੌਕਰੀ ਨਹੀਂ ਦੇਣੀ, ਆਪਣੇ ਘਰ 'ਚ ਹੀ ਵੰਡਣੀਆਂ ਨੇ ਇਹਨਾਂ ਵਿਧਾਇਕਾਂ ਨੇ। ਔਰ ਡਾਬਰ ਜੀ ਨੇ ਅੱਜ ਤੋਂ ਪਿਛਲੀ ਵਾਰੀ ਜਿੱਤੇ ਨੇ, ਉਸ ਤੋਂ ਪਿਛਲੀ ਵਾਰੀ ਜਿੱਤੇ ਨੇ, ਇਹਨਾਂ ਨੇ ਕਿੰਨੇ ਪਾਸ ਕਰਾਏ ਨੇ ਕੰਮ ਤੇ ਜਿਹੜੇ ਆ ਇਹਨਾਂ ਦੇ ਹੋ ਰਹੇ ਨੇ ਕੰਮ। ਖਬਰ ਦਿਨ ਪਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਏਕਤਾ ਸਿੰਗਲਾ ਸਵਾਗਤ ਕਰਦੀ ਹਾਂ। ਹਰੇਕ ਪਾਰਟੀ ਦੀ ਨੀਂਹ ਰੱਖਣ ਵਾਲਾ ਕੋਈ ਨਾ ਕੋਈ ਇਨਸਾਨ ਜ਼ਰੂਰ ਹੁੰਦਾ ਹੈ, ਚਾਹੇ ਆਪਾਂ ਕਿਸੇ ਸ਼ਹਿਰ ਦੀ ਗੱਲ ਕਰੀਏ, ਚਾਹੇ ਸਟੇਟ ਦੀ ਗੱਲ ਕਰੀਏ ਜਾਂ ਪੂਰੇ ਇੱਕ ਕੰਟਰੀ ਦੀ ਗੱਲ ਕਰੀਏ। ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਭਾਜਪਾ ਦੀ ਨੀਂਹ ਰੱਖਣ ਵਾਲੇ ਸੀ ਸਤਪਾਲ ਗੋਸਾਈ ਜੀ, ਜੋ ਕਾਫੀ ਜ਼ਿਆਦਾ ਹਾਰਡ ਵਰਕਿੰਗ ਸੀ, ਜਿਨ੍ਹਾਂ ਨੇ ਕਾਫੀ ਮਿਹਨਤ ਕੀਤੀ ਅਤੇ ਭਾਜਪਾ ਦਾ ਵਜੂਦ ਲੁਧਿਆਣੇ ਸ਼ਹਿਰ ਦੇ ਵਿੱਚ ਲੈ ਕੇ ਆਏ। ਅੱਜ ਦੀ ਖਾਸ ਮੁਲਾਕਾਤ 'ਚ ਸਾਡੇ ਨਾਲ ਉਹਨਾਂ ਦੀ ਡਾਟਰ ਰਾਜੇਸ਼ਵਰੀ ਗੋਸਾਈ ਜੀ ਮੌਜੂਦ ਨੇ। ਮੈਮ ਸਵਾਗਤ ਹੈ ਤੁਹਾਡਾ। ਹਾਂਜੀ ਨਮਸਕਾਰ ਬੇਟਾ। ਮੈਮ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੀਜੇਪੀ ਨਾਲ ਜੁੜੇ ਹੋਏ, ਪੋਲੀਟਿਕਸ 'ਚ ਆਏ ਹੋਏ, ਤੇ ਕੀ ਕਾਰਨ ਸੀ ਪੋਲੀਟਿਕਸ ਜੁਆਇਨ ਕਰਨ ਦਾ? ਸੰਗਠਨ ਦੇ ਹਿਸਾਬ ਨਾਲ ਤਾਂ ਮੈਨੂੰ 15-16 ਸਾਲ ਹੋ ਗਏ ਨੇ ਜੁੜੇ ਹੋਏ। ਵੈਸੇ ਗੋਸਾਈ ਜੀ ਜਿਸ ਜ਼ਮੀਨੀ ਕਾਰਜਕਰਤਾ ਸੀਗੇ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਆ। ਕੀ ਕਾਰਨ ਸੀ ਪੋਲੀਟਿਕਸ 'ਚ ਆਉਣ ਦਾ? ਕਾਰਨ ਆਹੀ ਸੀ ਗੋਸਾਈ ਜੀ ਸਮਾਜ ਦੀ ਸੇਵਾ ਕਰਦੇ, ਉਹਨਾਂ ਨੂੰ ਦੇਖ ਕੇ ਸਾਡੇ ਮਨ 'ਚ ਵੀ ਆਇਆ ਵੀ ਅਸੀਂ ਸਮਾਜ ਦੀ ਸੇਵਾ ਕਰੀਏ। ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਜ਼ਮੀਨ ਦੇ ਰਹਿ ਕੇ ਆਪਣੇ ਕਾਰਜਕਰਤਾ ਨੂੰ, ਆਪਣੀ ਪਬਲਿਕ ਨੂੰ ਨਾਲ ਜੋੜਿਆ, ਉਹਨਾਂ ਦੇ ਕੰਮ ਕੀਤੇ। ਹੁਣ ਸਾਡਾ ਵੀ ਆਹੀ ਮਕਸਦ ਹੈ, ਸੇਵਾ ਕੀਤੀ ਹੈ ਤੇ ਸੇਵਾ ਕਰਾਂਗੇ। ਮੈਮ ਜਦੋਂ ਗੋਸਾਈ ਜੀ ਹੁੰਦੇ ਸੀ, ਉਹਨਾਂ ਦੀ ਲੀਡਰਸ਼ਿਪ ਹੁੰਦੀ ਸੀ ਤਾਂ ਕਿਤੇ ਨਾ ਕਿਤੇ ਭਾਜਪਾ ਸੀ ਜੋ ਲੁਧਿਆਣੇ ਦੀ ਇਕੱਠੀ ਰਹਿੰਦੀ ਸੀ, ਕਾਫੀ ਅੱਛੇ ਤਰੀਕੇ ਨਾਲ ਉਹ ਲੀਡ ਕਰਦੇ ਸੀ। ਬਟ ਜੇ ਆਪਾਂ ਅੱਜ ਦੀ ਭਾਜਪਾ ਦੀ ਗੱਲ ਕਰੀਏ, ਲੁਧਿਆਣਾ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਬਿਖਰੀ ਹੋਈ ਨਜ਼ਰ ਆਉਂਦੀ ਹੈ, ਇਸ ਤਰ੍ਹਾਂ ਕਿਉਂ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਕਿਉਂਕਿ ਉਸ ਸਮੇਂ ਦੇ ਵਿਚਾਰਾਂ 'ਚ ਤੇ ਹੁਣ ਦੇ ਵਿਚਾਰਾਂ 'ਚ ਫਰਕ ਹੈ। ਉਦੋਂ ਸਾਰੇ ਇਕੱਠੇ ਇਸ ਕਰਕੇ ਰਹਿੰਦੇ ਸੀ ਵੀ ਇੱਕ ਜਾਣਾ ਜੋ ਕਹਿ ਜਾਂਦਾ ਸੀ ਉਹੀ ਸਾਰਿਆਂ ਦੀ ਸਹਿਮਤੀ ਹੁੰਦੀ ਸੀ। ਅੱਜ ਕੱਲ੍ਹ ਹਰ ਕੋਈ ਆਪਣੇ ਵਿਚਾਰ ਰੱਖਣ ਦਾ ਸક્ષਮ ਹੈ ਔਰ ਰੱਖਦਾ ਹੈ। ਮੈਮ ਕੀ ਕਾਰਨ ਹੈ ਜੋ ਬੀਜੇਪੀ ਦਾ ਕਾਰਿਆਕਰਤਾ ਬੀਜੇਪੀ ਨੂੰ ਛੱਡਦਾ ਜਾ ਰਿਹਾ ਹੈ?
ਕੋਈ ਛੱਡ ਦੱਸੋ ਮੈਨੂੰ ਕਿਹੜਾ ਛੱਡ ਕੇ ਚਲਾ ਗਿਆ ਹੈ? ਬਹੁਤ ਸਾਰੇ ਮੰਡਲ ਪ੍ਰਧਾਨ ਗਏ ਨੇ, ਅਹੁਦੇਦਾਰ ਗਏ ਨੇ, ਦੱਸੋ ਨਾ ਕਿਹੜਾ ਗਿਆ ਹੈ? ਉਹਨਾਂ ਨਾਲ ਗੱਲਬਾਤ ਵੀ ਹੋਈ ਹੈ। ਇੱਕ ਅੱਧਾ ਜਾਣੇ ਤੋਂ ਮੈਨੂੰ ਪਤਾ ਹੈ ਗਿਆ ਹੈ, ਵੈਸੇ ਤਾਂ ਮੈਨੂੰ ਕੋਈ ਨਹੀਂ ਲੱਗਦਾ ਕੋਈ ਗਿਆ ਛੱਡ ਕੇ। ਦੱਸੋ ਕਿਹੜਾ ਗਿਆ? ਨਾਰਾਜ਼ਗੀਆਂ ਵੀ ਨਜ਼ਰ ਆ ਰਹੀਆਂ ਨੇ ਮੈਮ। ਨਾਰਾਜ਼ਗੀਆਂ ਤੇ ਇੱਕ ਪਰਿਵਾਰ ਆ ਜੀ, ਅੱਜ ਫੈਮਿਲੀ ਦੇ ਅਸੀਂ 5 ਮੈਂਬਰ ਆ ਤੇ ਉਹਨਾਂ 'ਚ ਵੀ ਮਤਭੇਦ ਹੋ ਸਕਦੇ ਨੇ। ਉਹਨਾਂ ਦੇ ਵਿਚਾਰ ਬੱਚੇ ਵੀ ਅੱਜ ਕੱਲ ਕਹਿ ਦਿੰਦੇ ਆ ਤੁਸੀਂ ਨਹੀਂ ਸਹੀ ਕਰ ਰਹੇ, ਤੇ ਪਰਿਵਾਰ ਹੈ ਬੀਜੇਪੀ ਇੰਨਾ ਵੱਡਾ ਤੇ ਨੈਚੁਰਲੀ। ਮੈਮ ਤੁਸੀਂ ਛੱਡਣ ਦੀ ਗੱਲ ਕੀਤੀ ਹੈ, ਸਿਮਰ ਚੰਦੋਕ ਜੀ ਛੱਡ ਕੇ ਗਏ ਨੇ, ਮਲਹੋਤਰਾ ਜੀ ਛੱਡ ਕੇ ਗਏ ਨੇ, ਜੋ ਇੱਕ ਮੰਡਲ ਪ੍ਰਧਾਨ ਵੀ ਸੀ। ਉਹਨਾਂ ਨਾਲ ਟੋਟਲ 7 ਅਹੁਦੇਦਾਰ ਉਹ ਛੱਡ ਕੇ ਗਏ ਨੇ ਬੀਜੇਪੀ ਨੂੰ। ਰੋਮੀ ਮਲਹੋਤਰਾ ਜੀ ਛੱਡ ਕੇ ਗਏ ਨੇ, ਉਹਨਾਂ ਦੇ ਕੀ ਵਿਚਾਰ ਹੈ ਮੈਨੂੰ, ਕਿਉਂਕਿ ਉਹਨਾਂ ਨਾਲ ਮੇਲ ਨਹੀਂ ਹੋਇਆ। ਮੈਂ ਵੀ ਸੁਣਿਆ ਹੀ ਹੈ ਅਖਬਾਰਾਂ ਦੇ ਥਰੂ। ਤੇ ਸਿਮਰ ਚੰਦੋਕ ਜੀ ਛੱਡ ਕੇ ਨਹੀਂ ਗਏ, ਇੱਕ ਉਹਨਾਂ ਦੀ ਵਿਚਾਰਧਾਰਾ ਥੋੜੀ ਅਲੱਗ ਹੈ, ਇਸ ਕਰਕੇ ਕੋਈ ਛੱਡ ਕੇ ਨਹੀਂ ਗਏ, ਸਾਡੇ ਨਾਲ ਜੁੜੇ ਹੋਏ ਨੇ, ਸਾਡੀ ਅੱਜ ਵੀ ਗੱਲਬਾਤ ਹੁੰਦੀ ਹੈ ਬੱਚੇ ਨਾਲ। ਮੈਮ ਉਹ ਪਾਰਟੀ ਛੱਡ ਕੇ ਜਾ ਚੁੱਕੇ ਨੇ। ਬੇਟਾ ਛੱਡ ਕੇ ਜਾ ਨਹੀਂ ਚੁੱਕੇ, ਠੀਕ ਹੈ ਉਹਨਾਂ ਦੇ ਵਿਚਾਰ ਨਹੀਂ ਮਿਲ ਰਹੇ ਇਸ ਟਾਈਮ। ਪਾਰਟੀ ਦੇ ਕਈ ਮੈਂਬਰਸ ਨੇ, ਉਹਨਾਂ ਨਾਲ ਵਿਚਾਰ ਨਹੀਂ ਮਿਲ ਰਹੇ, ਐਸਾ ਕੁਝ ਨਹੀਂ ਹੈ। ਨਾਲ ਜੁੜੇ ਹੋਏ ਆ, ਨਾਲ ਜੁੜੇ ਹੀ ਰਹਿਣਗੇ, ਮੈਨੂੰ ਉਮੀਦ ਹੈ ਉਹਦੇ ਸਿਮਰ ਤੇ। ਮੈਮ ਲੁਧਿਆਣਾ ਦੇ ਬੀਜੇਪੀ ਦੇ ਪ੍ਰਧਾਨ ਹਮੇਸ਼ਾ ਵਿਵਾਦਾਂ 'ਚ ਘਿਰੇ ਰਹਿੰਦੇ ਨੇ, ਕੋਈ ਨਾ ਕੋਈ ਵਿਵਾਦ 'ਚ ਉਹ ਫਸੇ ਹੀ ਰਹਿੰਦੇ ਨੇ। ਕਿਸੇ ਵੀ ਚੀਜ਼ ਦੀ ਗੱਲ ਕਰ ਲਓ, ਇਸ ਤਰ੍ਹਾਂ ਕਿਉਂ ਹੁੰਦਾ ਹੈ ਕਿ ਲੀਡਰਸ਼ਿਪ ਹੁਣ ਸਹੀ ਢੰਗ ਨਾਲ ਨਹੀਂ ਨਿਭਾਈ ਜਾ ਰਹੀ? ਐਸਾ ਕੁਝ ਨਹੀਂ ਹੈ। ਮੈਂ ਵੀ ਭਾਰਤੀ ਜਨਤਾ ਪਾਰਟੀ ਦੀ ਵਾਈਸ ਪ੍ਰਧਾਨ ਹਾਂ। ਸਾਡੇ ਪ੍ਰਧਾਨ ਜੀ ਪੁਸ਼ਪਿੰਦਰ ਜੀ ਬੜਾ ਅੱਛਾ ਕੰਮ ਕਰ ਰਹੇ ਨੇ, ਕਿਉਂਕਿ ਮੈਨੂੰ ਉਹਨਾਂ ਨਾਲ 15-16 ਸਾਲ ਹੋ ਗਏ ਹੈ। ਉਹਨਾਂ ਦੇ ਵੀ ਅਹੁਦੇ ਚੇਂਜ ਹੁੰਦੇ ਰਹਿੰਦੇ ਨੇ ਤੇ ਆਪਾਂ ਇਕੱਠੇ ਹੀ ਕੰਮ ਕੀਤਾ ਹੈ, ਐਸਾ ਕੁਝ ਨਹੀਂ। ਮੈਮ ਭਾਜਪਾ ਦੇ ਕੁਝ ਲੀਡਰ ਸੀ ਜੋ ਇੱਕ ਸਮੇਂ ਤੇ ਗੋਸਾਈ ਸਾਹਿਬ ਦੇ ਅਗੇਂਸਟ ਸੀ, ਜੋ ਰੋਜ਼ ਗਾਰਡਨ ਮਿਨੀ ਰੋਜ਼ ਗਾਰਡਨ ਨੂੰ ਲੈ ਕੇ ਰਾਜਨੀਤੀ ਕਰ ਰਹੇ ਨੇ ਅਤੇ ਉਹਨਾਂ ਦੇ ਨਾਮ ਤੇ ਇਲੈਕਸ਼ਨਸ ਲੜਨ ਦੇ ਚਾਹਵਾਨ ਹੋ ਰਹੇ ਨੇ। ਦੇਖੋ ਸਤਪਾਲ ਗੁਸਾਈ ਜੀ ਉਹ ਸ਼ਖਸ ਹੈ ਜਿਨ੍ਹਾਂ ਨੇ ਸਾਰੀ ਉਮਰ ਪਾਰਟੀ ਦੀ ਦੇਣ ਹੈ, ਔਰ ਉਹਨਾਂ ਨੇ ਮਿਨੀ ਰੋਜ਼ ਗਾਰਡਨ ਬਣਵਾਇਆ, ਚਿਲਡਰਨ ਪਾਰਕ ਬਣਵਾਇਆ, ਔਰ ਨਾਲਾ ਛੱਤਨ ਦਾ ਕੰਮ ਸਾਰਾ ਉਹਨਾਂ ਨੇ ਹੀ ਪਾਸ ਕਰਾਇਆ। ਅੱਜ ਦੇ ਲੀਡਰ ਆ ਕੇ ਆਪਣੀ ਰਾਜਨੀਤੀ ਚਮਕਾਉਣ ਪਿੱਛੇ ਜਿੱਥੇ ਖੜੇ ਹੋ ਜਾਣ ਜੀ ਮਿਨੀ ਰੋਜ਼ਨ ਗਏ ਮੈਂ ਬਣਵਾਇਆ, ਜਿਨ੍ਹਾਂ ਨੂੰ ABC ਵੀ ਨਹੀਂ ਪਤਾ ਤੋ ਅੱਜ ਕਹਿ ਰਹੇ ਨੇ ਵੀ ਅਸੀਂ ਬਣਵਾਇਆ ਹੈ। ਹਲਕੇ 'ਚੋਂ ਲੜਨ ਦੇ ਵੀ ਚਾਹਵਾਨ ਨੇ। ਦੇਖੋ ਜੀ ਉਹਨਾਂ ਨੇ ਪਿਛਲੀ ਵਾਰੀ 2 ਵਾਰੀ ਨੌਰਥ 'ਚੋਂ ਲੜਿਆ ਹੈ, ਮੈਨੂੰ ਤਾਂ ਨਹੀਂ ਲੱਗਦਾ ਵੀ ਸੈਂਟਰ ਵਿੱਚੋਂ ਲੜਨਗੇ, ਕਿਉਂਕਿ ਮੈਂ ਵੀ ਟਿਕਟ ਮੰਗਦੀ ਪਈ ਹਾਂ, ਮੈਂ ਵੀ ਦਾਅਵੇਦਾਰ ਹਾਂ, ਕਿਉਂਕਿ ਗੁਸਾਈ ਜੀ ਦੇ ਨਾਲ ਮੈਂ ਹਮੇਸ਼ਾ ਕੰਮ ਕੀਤਾ ਹੈ, ਔਰ ਮੈਂ ਉਹਨਾਂ ਦੀ ਬੇਟੀ ਹੋਣ ਦੇ ਨਾਤੇ ਔਰ ਸੰਗਠਨ ਦੀ ਇੱਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਮੈਂ ਵੀ ਟਿਕਟ ਮੰਗ ਰਹੀ ਹਾਂ ਉੱਧਰੋਂ। ਤੁਸੀਂ ਟਿਕਟ ਦਾ ਜ਼ਿਕਰ ਕੀਤਾ ਕਿ ਤੁਸੀਂ ਚਾਹਵਾਨ ਹੋ ਟਿਕਟ ਦੇ, ਕਿ ਜੋ ਤੁਹਾਡਾ ਆਧਾਰ ਹੈ ਉਹ ਗੋਸਾਈ ਜੀ ਤੇ ਹੈ ਜਾਂ ਤੁਹਾਡਾ ਖੁਦ ਦਾ ਵੀ ਪਾਰਟੀ ਦੇ ਵਿੱਚ ਇੱਕ ਬੇਸ ਹੈ ਜਿਸ ਦੇ ਬਦੌਲਤ ਤੁਸੀਂ ਟਿਕਟ ਦੀ ਮੰਗ ਕਰ ਰਹੇ ਹੋ? ਦੇਖੋ ਗੁਸਾਈ ਜੀ ਮੇਰੇ ਪਿਤਾ ਨੇ, ਉਹਨਾਂ ਕੋਲੋਂ ਮੇਰੇ ਗੁਰੂ ਵੀ ਨੇ ਜਿਨ੍ਹਾਂ ਕੋਲ ਮੈਂ ਸਾਰੀ ਰਾਜਨੀਤੀ ਸਿੱਖੀ ਹੈ ਔਰ ਪਾਰਟੀ 'ਚ ਨਿਕਲੀ ਹਾਂ, ਔਰ ਸੰਗਠਨ 'ਚ ਮੈਂ 15-16 ਸਾਲ ਦੀ ਆਪਣੇ ਵਜੂਦ ਨਾਲ ਕੰਮ ਕਰ ਰਹੀ ਹਾਂ, ਨਾ ਕਿ ਗੁਸਾਈ ਪਰਿਵਾਰ ਦੇ ਨਾਲ। ਮੈਂ ਬੀਜੇਪੀ 'ਚ ਕੰਮ ਕਰ ਰਹੀ ਹਾਂ ਔਰ ਬੀਜੇਪੀ ਦੀ ਸੱਚੀ ਸਿਪਾਹੀ ਹਾਂ, ਔਰ ਮੈਂ ਇਸ ਹੱਕ ਨਾਲ ਟਿਕਟ ਮੰਗਦੀ ਪਈ ਹਾਂ। ਮੈਮ ਅਗਰ ਤੁਹਾਨੂੰ ਟਿਕਟ ਮਿਲ ਜਾਂਦੀ ਹੈ ਤਾਂ ਤੁਹਾਡੇ ਪਾਰਟੀ ਦੀ ਕੁਝ ਕਾਰਿਆਕਰਤਾ ਤੁਹਾਡੇ ਤੇ ਇਲਜ਼ਾਮ ਵੀ ਲਗਾਉਣਗੇ ਕਿ ਸ਼ਾਇਦ ਗੋਸਾਈ ਜੀ ਕਰਕੇ ਇਹਨਾਂ ਨੂੰ ਟਿਕਟ ਮਿਲੀ ਹੈ, ਕੀ ਕਹਿਣਾ ਚਾਹੋਗੇ? ਕਿਉਂਕਿ ਉਹ ਇਹੀ ਸਾਬਿਤ ਕਰਨਗੇ ਕਿ ਤੁਹਾਡਾ ਆਪਣਾ ਕੋਈ ਆਧਾਰ ਨਹੀਂ ਹੈ, ਗੋਸਾਈ ਜੀ ਕਰਕੇ ਤੁਹਾਨੂੰ ਟਿਕਟ ਮਿਲੀ ਹੈ। ਦੇਖੋ ਜਿਹੜਾ ਮੈਂ ਆਪਣੀ ਗੱਲ ਕਰਾਂ, ਮੈਂ ਮੰਡਲ ਤੋਂ ਲੈ ਕੇ ਅੱਜ ਜ਼ਿਲ੍ਹੇ 'ਚ ਕੰਮ ਕਰਦੀ ਪਈ ਹਾਂ 15-16 ਸਾਲ ਦੀ। ਪਹਿਲੇ ਮੈਂ ਸਚਿਵ ਰਹੀ ਹਾਂ, 5 ਟਰਮ ਤੋਂ ਮੈਂ ਵਾਈਸ ਪ੍ਰਧਾਨ ਰਹੀ ਹਾਂ। ਮੈਂ ਨਾਰਥ ਵਿੱਚ ਵੀ ਕੰਮ ਕੀਤਾ, ਮੈਂ ਸੈਂਟਰ 'ਚ ਵੀ ਕੰਮ ਕੀਤਾ, ਮੈਂ ਈਸਟ 'ਚ ਵੀ ਕੰਮ ਕੀਤਾ, ਮੈਂ ਆਤਮ ਨਗਰ 'ਚ ਵੀ ਮੈਂ ਸਾਰੇ ਸ਼ਹਿਰ 'ਚ ਕੰਮ ਕਰ ਰਹੀ ਹਾਂ। ਮੈਂ ਮੈਂ ਇੱਕ ਹਲਕੇ 'ਚ ਹੀ ਕੰਮ ਕਰ ਰਹੀ ਹਾਂ, ਮੈਂ ਸਾਰੇ ਹਲਕਿਆਂ 'ਚ ਲੁਧਿਆਣੇ 'ਚ ਕੰਮ ਕਰ ਰਹੀ ਹਾਂ। ਟਿਕਟ ਕਿੱਥੋਂ ਲੈਣਾ ਚਾਹੁੰਦੇ ਹੋ? ਟਿਕਟ ਮੈਂ ਸੈਂਟਰ ਦੀ ਦਾਅਵੇਦਾਰ ਹਾਂ, ਕਿਉਂਕਿ ਮੈਂ ਸੈਂਟਰ 'ਚ ਸ਼ੁਰੂ ਤੋਂ ਕੰਮ ਕੀਤਾ ਹੈ, ਔਰ ਸੈਂਟਰ 'ਚ ਮੈਂ ਪਿੱਛੇ ਮੈਂ ਚਾਏ ਦੀ ਚਰਚਾ ਸ਼ੁਰੂ ਕੀਤੀ ਸੀ। ਮੈਂ ਹਰ ਘਰ ਜਾ ਕੇ ਆਪਣੇ ਵੱਲੋਂ ਹਰ ਕਿਸੇ ਨਾਲ ਆਪਣਾ ਪਰਸਨਲ ਮਿਲੀ ਹਾਂ, ਔਰ ਮੈਨੂੰ ਸਾਰਿਆਂ ਨੇ ਵਿਸ਼ਵਾਸ ਦਿਲਾਇਆ ਹੈ ਵੀ ਭੈਣ ਜੀ ਜੇ ਤੁਸੀਂ ਆਓਗੇ ਤਾਂ 100% ਸੀਟ ਨਿਕਲੇਗੀ। ਮੈਮ ਅਗਰ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕੰਟਰੋਵਰਸੀ ਜੋ ਹੈ ਉਹ ਸੈਂਟਰਲ ਦੀ ਸੀਟ ਨੂੰ ਹੀ ਲੈ ਕੇ ਹੈ ਕਿ ਬੀਜੇਪੀ 'ਚੋਂ ਕੌਣ ਚਿਹਰਾ ਹੋਏਗਾ ਸੈਂਟਰਲ ਤੋਂ। ਦੇਖਿਆ ਜਾਵੇ ਕਿ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਵੀ ਸੀਟ ਮਿਲਦੀ ਹੈ, ਚਾਹੇ ਤੁਹਾਨੂੰ ਮਿਲਦੀ ਹੈ ਚਾਹੇ ਕਿਸੇ ਹੋਰ ਨੂੰ ਮਿਲਦੀ ਹੈ, ਕਿ ਜੋ ਬਾਕੀ ਦੇ ਦਾਅਵੇਦਾਰ ਨੇ ਉਹ ਉਹਨਾਂ ਨੂੰ ਸਪੋਰਟ ਕਰਨਗੇ? ਦੇਖੋ ਆਹ ਸੀਟ ਤੇ ਮੈਨੂੰ ਨਹੀਂ ਪਤਾ ਕਿੰਨੇ ਦਾਅਵੇਦਾਰ ਨੇ, ਮੈਨੂੰ ਤਾਂ ਇੰਨਾ ਪਤਾ ਹੈ ਮੈਂ ਸੀਟ ਮੰਗਦੀ ਪਈ ਹਾਂ, ਔਰ ਮਹਿਲਾ ਹੋਣ ਦੇ ਨਾਤੇ ਔਰ ਭਾਰਤੀ ਜਨਤਾ ਪਾਰਟੀ ਦੀ ਸੱਚੀ ਸਿਪਾਹੀ ਹੋਣ ਦੇ ਨਾਤੇ ਇਸ ਕਰਕੇ ਸੀਟ ਮੰਗਦੀ ਪਈ ਹਾਂ। ਸਤਪਾਲ ਗੁਸਾਈ ਜੀ ਨੇ 3 ਵਾਰੀ ਇਹ ਸੀਟ ਜਿੱਤੀ ਹੈ, ਹੋਰ ਦੱਸੋ ਵੀ ਕਿਹੜਾ ਇੱਥੋਂ ਜਿੱਤਿਆ ਹੈ? ਪਿਛਲੀ ਵਾਰੀ ਜਿਹੜਾ ਕੈਂਡੀਡੇਟ ਖੜਾ ਹੋਇਆ ਸੀਗਾ ਉਹ ਆ ਕੇ ਦੱਸੋ ਕਿੰਨੀਆਂ ਵੋਟਾਂ ਲੈ ਗਿਆ ਹੈ?
ਕੋਈ ਸੀਟ ਨਹੀਂ ਜਿੱਤੀ ਕਿਸੇ ਨੇ ਵੀ। ਸਤਪਾਲ ਗੁਸਾਈ ਜੀ ਇੱਕ ਇਹੋ ਜਿਹੇ ਸ਼ਖਸ ਹੈ ਜਿਨ੍ਹਾਂ ਨੇ 3 ਵਾਰੀ ਸੀਟ ਜਿੱਤੀ ਹੈ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਔਰ ਸੈਂਟਰ 'ਚ ਕੰਮ ਕੀਤਾ ਹੈ। ਮੈਮ ਸਪੋਰਟ ਰਹੇਗੀ ਅਗਰ ਕਿਸੇ ਹੋਰ ਕੈਂਡੀਡੇਟ ਨੂੰ ਟਿਕਟ ਮਿਲ ਜਾਂਦੀ ਹੈ? ਸਪੋਰਟ ਤੇ ਪੂਰੀ ਰਹੇਗੀ ਕਿਉਂਕਿ ਅਸੀਂ ਸੰਗਠਨ ਨਾਲ ਜੁੜੇ ਹਾਂ। ਭਾਰਤੀ ਜਨਤਾ ਪਾਰਟੀ ਜਿਹਨੂੰ ਵੀ ਟਿਕਟ ਦੇਗੀ ਅਸੀਂ ਉਹਦੇ ਨਾਲ ਆ। ਤੇ ਮੈਮ ਗੱਲ ਕਰੀਏ ਹੁਣ ਕਾਂਗਰਸ ਦੀ, ਲੁਧਿਆਣਾ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕੀ ਹਾਲ ਹੈ। ਬਾਰਿਸ਼ ਹੁੰਦੀ ਹੈ, ਬਾਰਿਸ਼ ਤੋਂ ਬਾਅਦ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਹੈ। ਕਿ ਜੋ ਕਾਂਗਰਸ ਦੇ ਇਸ ਟਾਈਮ ਐਮਐਲਏ ਨੇ ਜਾਂ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਨਹੀਂ ਧਿਆਨ ਦੇ ਰਹੀ ਲੁਧਿਆਣਾ ਵੱਲ, ਕਿਉਂਕਿ ਲੁਧਿਆਣਾ ਤਾਂ ਸਮਾਰਟ ਸਿਟੀ ਵੀ ਹੈ। ਕਾਂਗਰਸ ਦੇ ਵਿਧਾਇਕਾਂ ਦੀ ਗੱਲ ਕਰ ਲਓ, ਚਾਹੇ ਡਾਬਰ ਜੀ ਦੀ ਗੱਲ ਕਰ ਲਓ ਤੇ ਚਾਹੇ ਰਕੇਸ਼ ਪਾਂਡੇ ਦੀ ਗੱਲ ਕਰ ਲਓ। ਰਕੇਸ਼ ਪਾਂਡੇ ਜੀ ਨੇ ਆਪਣੇ ਹੀ ਘਰ ਉਹਨਾਂ ਨੂੰ ਨੌਕਰੀ ਦਵਾ ਕੇ ਕਿ ਬਾਕੀਆਂ ਨੂੰ ਜਿਹੜੀਆਂ ਨੌਕਰੀਆਂ ਕਹੀਆਂ ਸੀਗੀਆਂ ਕੋਈ ਨੌਕਰੀ ਨਹੀਂ ਦੇਣੀ, ਆਪਣੇ ਘਰ 'ਚ ਹੀ ਵੰਡਣੀਆਂ ਨੇ ਇਹਨਾਂ ਵਿਧਾਇਕਾਂ ਨੇ। ਔਰ ਡਾਬਰ ਜੀ ਨੇ ਅੱਜ ਤੋਂ ਪਿਛਲੀ ਵਾਰੀ ਜਿੱਤੇ ਨੇ, ਉਸ ਤੋਂ ਪਿਛਲੀ ਵਾਰੀ ਜਿੱਤੇ ਨੇ। ਇਹਨਾਂ ਨੇ ਕਿੰਨੇ ਪਾਸ ਕਰਾਏ ਨੇ ਕੰਮ ਤੇ ਜਿਹੜੇ ਆ ਇਹਨਾਂ ਦੇ ਹੋ ਰਹੇ ਨੇ ਕੰਮ? ਕੋਈ ਕੰਮ ਨਹੀਂ ਹੋ ਰਿਹਾ। ਸੜਕਾਂ ਟੁੱਟੀਆਂ ਪਈਆਂ। ਹੁਣ ਤੁਸੀਂ ਵੀ ਬਾਰਿਸ਼ ਵਿੱਚ ਆਏ ਆ, ਦੱਸੋ ਤੁਹਾਨੂੰ ਟੋਏ ਨਜ਼ਰ ਨਹੀਂ ਆਏ? ਪਾਣੀ ਦੇ ਬਰਸਾਤ ਘੁਟਨਿਆਂ ਤੱਕ ਪਾਣੀ ਖੜਾ ਹੈ, ਦੱਸੋ ਕਿਹੜੇ ਕੰਮ ਹੋ ਰਹੇ ਨੇ? ਤੇ ਮੈਮ ਕੀ ਕਾਰਨ ਮੰਨਦੇ ਹੋ ਕਿ ਕੰਮ ਕਿਉਂ ਨਹੀਂ ਹੋ ਰਹੇ? ਨਾ ਤੇ ਤੁਸੀਂ ਡਾਬਰ ਸਾਹਿਬ ਨੂੰ ਪੁੱਛੋ ਨਾ, ਪਹਿਲੇ ਘਰ ਤੋਂ ਫੁਰਸਤ ਮਿਲੇਗੀ ਨੌਕਰੀਆਂ ਦਿਵਾਉਣ ਤੋਂ, ਤਾਂ ਹੀ ਲੋਕਾਂ ਦੇ ਕੰਮ ਕਰਨਗੇ, ਤਾਂ ਹੀ ਪਬਲਿਕ ਵਿੱਚ ਜਾਣਗੇ। 4.5 ਸਾਲ ਹੋ ਗਏ ਨੇ, ਕਿਹੜੇ ਪਬਲਿਕ ਵਿੱਚ ਜਾ ਰਹੇ ਨੇ, ਕਿਹੜੇ ਕੰਮ ਹੋ ਰਹੇ ਨੇ ਇਹਨਾਂ ਦੇ? ਮੈਮ ਤੁਹਾਡਾ ਕੀ ਵਿਜ਼ਨ ਰਹੇਗਾ 2022 ਦੇ ਇਲੈਕਸ਼ਨਸ ਨੂੰ ਲੈ ਕੇ? ਦੇਖੋ ਜੇ ਮੈਨੂੰ ਟਿਕਟ ਮਿਲਦੀ ਹੈ, ਮੈਨੂੰ ਤਾਂ ਹੈਗਾ ਇੱਕ ਸਾਰਿਆਂ ਦਾ ਕੰਮ ਨਾਲ ਸਭ ਨੂੰ ਸਾਥ ਲੈ ਕੇ ਚੱਲਾਂ। ਔਰ ਜਿਹੜੇ ਕੰਮ ਗੁਸਾਈ ਜੀ ਦਾ ਇੱਕ ਸੁਪਨਾ ਸੀਗਾ ਵੀ ਘਰ ਘਰ ਜਿਨ੍ਹਾਂ ਦੇ ਘਰ ਨਹੀਂ ਹੈ ਉਹਨਾਂ ਨੂੰ ਘਰ ਦਵਾਈਏ, ਜਿਹੜੇ ਝੁੱਗੀ ਝੌਂਪੜੀ ਵਾਲਿਆਂ ਨੇ ਉਹਨਾਂ ਨੂੰ ਪੱਕੇ ਮਕਾਨ ਦਵਾਈਏ। ਮੇਰਾ ਆਹੀ ਮਕਸਦ ਹੋਏਗਾ ਆਪਣੇ ਫਾਦਰ ਦਾ ਮੈਂ ਸੁਪਨਾ ਪੂਰਾ ਕਰਾਂ। ਸ਼ੁਕਰੀਆ ਮੈਮ ਤੁਹਾਡਾ ਬਹੁਤ। ਧੰਨਵਾਦ ਬੇਟਾ। ਅੱਜ ਕੀਤੀ ਅਸੀਂ ਰਾਜੇਸ਼ਵਰੀ ਗੋਸਾਈ ਜੀ ਨਾਲ ਖਾਸ ਗੱਲਬਾਤ, ਜਿਨ੍ਹਾਂ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਫਾਦਰ ਸਾਹਿਬ ਨੇ ਸਤਪਾਲ ਗੋਸਾਈ ਜੀ ਨੇ ਕਿਸ ਤਰੀਕੇ ਨਾਲ ਲੁਧਿਆਣਾ ਨੂੰ ਡਿਵੈਲਪ ਕੀਤਾ, ਐਮਐਲਏ ਹੋਣ ਤੋਂ ਬਾਅਦ ਕਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ, ਅਤੇ ਜੋ ਪਾਰਟੀ ਦੇ ਵਿੱਚ ਇਸ ਟਾਈਮ ਕਾਟੋ ਕਲੇਸ਼ ਚੱਲਦਾ ਪਿਆ ਉਸ ਮੁੱਦੇ ਤੇ ਵੀ ਗੱਲ ਕੀਤੀ। ਅਤੇ ਉਹਨਾਂ ਨੇ ਆਪਣੀ ਦਾਅਵੇਦਾਰੀ ਵੀ ਪੇਸ਼ ਕੀਤੀ ਕਿ ਉਹ ਸੈਂਟਰ ਦੇ ਵਿੱਚੋਂ ਆਪਣੀ ਦਾਅਵੇਦਾਰੀ ਪੇਸ਼ ਕਰਦੇ ਨੇ, ਬੀਜੇਪੀ ਤੋਂ ਟਿਕਟ ਲੈਣਾ ਚਾਹੁੰਦੇ ਨੇ। ਇਸੇ ਦੇ ਨਾਲ ਕੈਮਰਾਮੈਨ ਬੋਬੀ ਦੇ ਨਾਲ ਮੈਂ ਏਕਤਾ ਸਿੰਗਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ। ਧੰਨਵਾਦ।